अस्सलाम वालेकुम जी स्टूडेंट्स। दीनी इस्लामी अदब का दूसरा टॉपिक सच्ची सरकार। हकीम अब्दुल करीम समर दी लिखी नबी पाक हज़रत मुहम्मद सल्लल्लाहु अलैहि वसल्लम दी सीरत दी किताब है। ਇਹ ਨਸਰੀ ਸੂਰਤ ਵਿੱਚ ਲਿਖੀ ਹੋਈ ਸੀਰਤ ਹੈ ਜਿਹੜੀ ਪੰਜਾਬੀ ਜ਼ਬਾਨ ਵਿੱਚ ਲਿਖੀ ਗਈ। ਤਾਰਫ ਮੁਖਤਸਰ क्वेश्चन ਇਹਦਾ ਇਸ ਤਰ੍ਹਾਂ ਦਾ ਪੁੱਛਦਾ ਹੈ, ਜ਼ਾਹਿਰ ਹੈ ਸੀਰਤ ਦੇ ਟਾਪਿਕਸ ਤੇ ਨਹੀਂ ਪੁੱਛੇਗਾ ਕਿਉਂਕਿ ਸੀਰਤ ਦੇ ਟਾਪਿਕਸ ਉਹੀ ਨੇ ਜਿਹੜੇ ਅਸੀਂ ਬਚਪਨ ਤੋਂ ਪੜ੍ਹਦੇ ਆ ਰਹੇ ਹਾਂ। ਇਹਦੇ ਵਿੱਚ ਉਹਨੇ ਪੁੱਛਣਾ ਹੈ ਕੁਐਸਚਨ ਕਿ ਹਕੀਮ ਅਬਦੁਲ ਕਰੀਮ ਸਮਰ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੀਰਤ ਪੰਜਾਬੀ ਵਿੱਚ ਬਿਆਨ ਕਰਨ ਵਿੱਚ ਕਿਸ ਹੱਦ ਤੱਕ ਕਾਮਯਾਬ ਹੋਏ ਨੇ, ਜਾਂ ਫਿਰ ਪੁੱਛੇਗਾ ਕਿ ਸੱਚੀ ਸਰਕਾਰ ਕਿਤਾਬ ਦਾ ਅਸਲੂਬ ਜਾਂ ਸਟਾਈਲ ਦੱਸੋ ਕਿ ਕਿਸ ਅੰਦਾਜ਼ ਨਾਲ ਕਿਸ ਅਸਲੂਬ ਨਾਲ ਉਹਨਾਂ ਇਹ ਵਾਲੀ ਸੀਰਤ ਤਹਿਰੀਰ ਕੀਤੀ ਹੈ। ਜਾਂ ਫਿਰ ਇੱਕ ਅੰਦਾਜ਼ਾ ਹੋ ਸਕਦਾ ਹੈ ਸੱਚੀ ਸਰਕਾਰ ਪੰਜਾਬੀ ਸੀਰਤੀ ਅਦਬ ਵਿੱਚ ਇੱਕ ਅਨਮੁੱਲਾ ਵਾਧਾ ਹੈ ਜਾਂ ਇਜ਼ਾਫਾ ਹੈ, ਯਾਨੀ ਅਨਮੋਲ ਇਜ਼ਾਫਾ ਹੈ। ਤੁਹਾਡਾ ਇਸ ਬਾਰੇ ਕੀ ਖਿਆਲ ਹੈ? ਬਹਰਹਾਲ ਜਿਸ ਤਰ੍ਹਾਂ ਦਾ ਵੀ ਕੁਐਸਚਨ ਪੁੱਛਿਆ ਜਾਏ, ਇਹਦੇ ਕੰਟੈਂਟਸ ਜਿਹੜੇ ਨੇ ਸਾਰੇ ਲਿਖੇ ਜਾਣਗੇ, ਲੇਕਿਨ ਜ਼ਰਾ ਸ਼ਾਰਟ ਕਰਕੇ ਮੁਖਤਸਰ ਕਰਕੇ। ਇਹ ਵੀ 8 ਨੰਬਰ 'ਚ ਪੁੱਛ ਲੈਂਦਾ ਹੈ, 16 ਨੰਬਰ ਵਿੱਚ ਵੀ ਪੁੱਛ ਲੈਂਦਾ ਹੈ। ਤਰੀਕਾਕਾਰ ਉਸੇ ਤਰ੍ਹਾਂ ਹੀ ਨੋਸ਼ਾ ਗੰਜ ਬਖਸ਼ ਤੇ ਵਾਜ਼ ਤਰ੍ਹਾਂ, ਲੈਂਥ ਦਾ ਫਰਕ ਹੋਏਗਾ ਸਿਰਫ। ਅਗਰ 8 ਨੰਬਰ ਦਾ ਹੈ ਤੇ ਸ਼ਾਰਟ, ਅਗਰ 16 ਨੰਬਰ ਦਾ ਕੁਐਸਚਨ ਹੈ ਤੇ ਲੌਂਗ। ਜੀ ਤਾਰਫ ਵੇਖੋ ਜ਼ਰਾ। ਸੱਚੀ ਸਰਕਾਰ ਨਬੀ ਪਾਕ ਸੱਲੱਲਾਹੁ ਦੀ ਸੀਰਤ ਦੀ ਕਿਤਾਬ ਹੈ ਜਿਹੜੀ ਅਬਦੁਲ ਕਰੀਮ ਸਮਰ ਨੇ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨਾਲ ਆਪਣੀ ਮੁਹੱਬਤ, ਚਾਹਤ ਤੇ ਅਕੀਦਤ ਦਾ ਬਰਮਾ ਸਬੂਤ ਪੇਸ਼ ਕਰਨ ਲਈ ਲਿਖੀ ਹੈ। ਔਰ ਇਸ ਕਿਤਾਬ ਦਾ ਨਾਂ ਇਹ ਕਿਉਂ ਰੱਖਿਆ ਗਿਆ ਹੈ, ਉਹਦੀ ਉਹ ਵਜ੍ਹਾ ਆਪ ਦੱਸਦੇ ਨੇ ਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸਦਾਕਤ, ਸ਼ਰਾਫਤ, ਆਲਾ ਇਖਲਾਕ ਤੇ ਇਮਾਨਤਦਾਰੀ ਜੈਸੀਆਂ ਸਿਫਤਾਂ ਨੂੰ ਮੱਦੇਨਜ਼ਰ ਰੱਖ ਕੇ ਕਿਤਾਬ ਦਾ ਨਾਂ ਸੱਚੀ ਸਰਕਾਰ ਰੱਖਿਆ ਹੈ। ਅਬਦੁਲ ਕਰੀਮ ਸਮਰ ਸਾਹਿਬ ਨੇ ਨਬੀ ਪਾਕ ਨਾਲ ਮੁਹੱਬਤ ਤੋਂ ਇਲਾਵਾ ਪੰਜਾਬੀ ਜ਼ਬਾਨੋ ਅਦਬ ਨਾਲ ਮੁਹੱਬਤ ਦਾ ਵੀ ਸਬੂਤ ਦਿੱਤਾ ਹੈ ਕਿ ਉਹਨਾਂ ਨੇ ਪੰਜਾਬੀ ਵਿੱਚ ਨਸਰੀ ਸੀਰਤ ਲਿਖ ਕੇ ਇੱਕ ਤੇ ਪੰਜਾਬੀ ਜ਼ਬਾਨੋ ਅਦਬ ਤੇ ਅਹਿਸਾਨ ਕੀਤਾ, ਔਰ ਦੂਸਰਾ ਆਪਣੇ ਵਾਸਤੇ ਸਦਕਾ ਜਾਰੀਆ ਛੱਡ ਗਏ ਨੇ। ਔਰ ਇਹ ਕਿਤਾਬ ਜਦੋਂ ਤੱਕ ਪੜ੍ਹੀ ਜਾਂਦੀ ਰਹੇਗੀ ਉਹਨਾਂ ਨੂੰ ਇਹਦਾ ਸਵਾਬ ਪਹੁੰਚਦਾ ਰਹੇਗਾ। ਤਾਰਫ ਉਸੇ ਤਰ੍ਹਾਂ ਹੀ ਸਿਰਫ ਪਰਸਨੈਲਿਟੀ ਦੇ ਤਾਰਫ ਦੇ ਤੌਰ ਤੇ ਤੁਸੀਂ ਲਿਖਣਾ ਨਹੀਂ। 1908 ਨੂੰ ਇਚਰਾ ਲਾਹੌਰ ਵਿੱਚ ਪੈਦਾ ਹੋਏ। ਗੌਰਮੈਂਟ ਹਾਈ ਸਕੂਲ ਸ਼ੇਰਾਂਵਾਲਾ ਗੇਟ ਤੋਂ ਇਹਨਾਂ ਨੇ ਮੈਟ੍ਰਿਕ ਕੀਤਾ, ਡਰਾਫਟਸਮੈਨ ਦਾ ਡਿਪਲੋਮਾ ਕੀਤਾ, ਹਕੀਮ ਹਾਜ਼ਿਕ ਯਾਨੀ ਤਬੀਬ ਦਾ ਕੋਰਸ ਕੀਤਾ। ਤਾਲੀਮ ਮੁਕੰਮਲ ਕਰਨ ਤੋਂ ਬਾਅਦ ਰੇਲਵੇ ਕੈਰੇਜ ਸ਼ਾਪ ਮੁਗਲਪੁਰਾ ਵਿੱਚ ਮੁਲਾਜ਼ਮਤ ਕਰ ਲਈ। 1963 ਨੂੰ ਰਿਟਾਇਰਡ ਹੋਏ। ਜਮਾਂਦਰੂ ਪੈਦਾਇਸ਼ੀ ਸ਼ਾਇਰ ਸੀ। ਪਾਕਿਸਤਾਨ ਬਣਨ ਤੋਂ ਪਹਿਲੇ ਮੁਸ਼ਾਇਰਿਆਂ ਵਿੱਚ ਹਿੱਸਾ ਲੈਂਦੇ ਸੀ। ਇਹਨਾਂ ਨੇ ਸ਼ਾਇਰੀ ਦੇ ਨਾਲ ਨਾਲ ਨਸਰ ਵੀ ਲਿਖੀ। ਸਭ ਤੋਂ ਪਹਿਲੇ ਪੰਜਾਬੀ ਸੀਰਤ ਦੀ ਕਿਤਾਬ ਉਰਦੂ ਜ਼ਬਾਨ ਵਿੱਚ ਰਸੂਲੇ ਕਾਇਨਾਤ ਦੇ ਨਾਂ ਨਾਲ ਲਿਖੀ, ਔਰ ਫਿਰ ਪੰਜਾਬੀ ਵਿੱਚ ਸੀਰਤ ਸੱਚੀ ਸਰਕਾਰ ਦੇ ਨਾਂ ਨਾਲ ਛਪੀ। ਇਸ ਤੋਂ ਇਲਾਵਾ ਇਹਨਾਂ ਦੀਆਂ ਪੰਜਾਬੀ ਨਾਤਾਂ ਦਾ ਮਜਮੂਆ ਸਬਜ਼ ਗੁੰਬਦ ਦੇ ਨਾਂ ਨਾਲ ਸ਼ਾਇਆ ਹੋਇਆ। ਸੱਚੀ ਸਰਕਾਰ ਦਾ ਤਾਰਫ ਇਸ ਕਿਤਾਬ ਬਾਰੇ ਦੋ ਗੱਲਾਂ। ਕਿਤਾਬ ਵਿੱਚ ਕੀ ਹੈ? ਇਹ ਕਿਤਾਬ ਪਹਿਲੀ ਵਾਰੀ 1962 ਵਿੱਚ ਛਪੀ, 1981 ਵਿੱਚ ਦੂਸਰੀ ਵਾਰੀ ਛਪੀ। ਛੋਟੀ ਜਿਹੀ ਕਿਤਾਬ ਹੈ ਜੀ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੀਰਤ ਨੂੰ 198 ਪੇजेस ਦੀ ਕਿਤਾਬ ਵਿੱਚ ਬਿਆਨ ਕਰਨਾ ਮੁਸ਼ਕਲ ਕੰਮ ਹੈ। ਯਾਨੀ ਸਮਝ ਨਹੀਂ ਆਉਂਦੀ ਕਿ ਕਿਹੜੇ ਵਾਕਿਆਤ ਰੱਖੇ ਜਾਣ ਔਰ ਕਿਹੜੇ ਸਕਿਪ ਕੀਤੇ ਜਾਣ। 16 ਬਾਬ ਨੇ ਕਿਤਾਬ ਦੇ, ਚੈਪਟਰਸ ਨੇ, ਔਰ ਹਰ ਬਾਬ ਵਿੱਚ ਸਬ ਟੌਪਿਕਸ ਬਣਾਏ ਗਏ ਨੇ ਤਾਂ ਕਿ ਮੁਤਲਕਾ ਵਾਕਿਏ ਤੱਕ ਰਸਾਈ ਆਸਾਨ ਹੋ ਸਕੇ। ਸੋ ਜਿਹੜੇ 16 ਚੈਪਟਰਸ ਦੇ ਵਿੱਚ ਸਬ ਟੌਪਿਕਸ ਆਏ ਨੇ ਉਹ ਕੁੱਲ 134 ਨੇ। ਇਹ 134 ਸਬ ਟੌਪਿਕਸ ਤੁਸੀਂ ਕਿਤਾਬ ਦੇ ਇਸ ਟੌਪਿਕ ਦੇ ਅਖੀਰ ਵਿੱਚ ਐਡੀਸ਼ਨਲ ਮਟੀਰੀਅਲ ਪੜ੍ਹੋਗੇ ਤੇ ਉਹਦੇ ਵਿੱਚ ਬੋਲਡ ਕੀਤੇ ਹੋਏ ਲਫ਼ਜ਼ ਨੇ, ਅਰੈਬਿਕ ਸ਼ੇਪ ਵਿੱਚ ਕੀਤੇ ਹੋਏ ਲਫ਼ਜ਼ ਜਿਹੜੇ ਹੋਣਗੇ, ਯਾਨੀ ਖੁਲਾਸਾ ਲਿਖਿਆ ਹੈ ਕਿਤਾਬ ਵਿੱਚ 16 ਚੈਪਟਰਸ ਦਾ ਅਲੱਗ-ਅਲੱਗ ਖੁਲਾਸਾ ਸਮਰੀ। ਸਿਰਫ ਤੁਸੀਂ ਪੜ੍ਹ ਲੈਣਾ, ਸਵਾਬ ਹੋਏਗਾ। ਉਹਦੇ ਵਿੱਚ ਜਿਹੜੇ ਅਰਬੀ ਫੌਂਟ ਵਿੱਚ ਲਫ਼ਜ਼ ਲਿਖੇ ਹੋਏ ਨੇ ਉਹ ਅਸਲ ਵਿੱਚ ਸਬ ਟੌਪਿਕਸ ਨੇ ਜਿਹੜੇ 134 ਨੇ। ਕਿਤਾਬ ਦੀ ਤਸਨੀਫ ਦੇ ਹਵਾਲੇ ਨਾਲ ਅਬਦੁਲ ਕਰੀਮ ਸਮਰ ਸਾਹਿਬ ਕੀ ਫਰਮਾਉਂਦੇ ਨੇ?
मैं निमाणी पंजाबी विच सीरत दे फुल चुने ने ਤਾਂ ਜੋ ਪੰਜਾਬ ਦੇ ਬਾਗ ਵੀ ਇਹਨਾਂ ਦੀ ਖੁਸ਼ਬੂ ਨਾਲ ਮਹਿਕਣ। ਨਿਮਾਣੀ ਇਸ ਸੈਂਸ 'ਚ ਕਹਿ ਰਿਹਾ ਕਿ ਪੰਜਾਬੀ ਵਿੱਚ ਉਸ ਵੇਲੇ ਲਿਖਣ ਦਾ ਰਿਵਾਜ ਨਹੀਂ ਸੀ। ਅੱਜ ਕੱਲ੍ਹ ਵੀ ਬਹੁਤ ਘੱਟ ਪੰਜਾਬੀ ਲਿਖੀ ਜਾ ਰਹੀ ਹੈ। ਦੁਨੀਆ ਦੀਆਂ ਜ਼ਬਾਨਾਂ ਵਿੱਚੋਂ ਸ਼ਾਇਦ ਪੰਜਾਬੀ ਹੀ ਵਾਹਿਦ ਜ਼ਬਾਨ ਹੋਏਗੀ ਜਿਹੜੀ ਕੋਈ 10 ਕਰੋੜ ਲੋਕ ਪਾਕਿਸਤਾਨ ਵਿੱਚ ਬੋਲਦੇ ਨੇ, ਲੇਕਿਨ ਸਾਡਾ ਜ਼ਰੀਆ ਤਾਲੀਮ ਨਹੀਂ ਹੈ। ਸੋ ਇਹ ਕਹਿੰਦੇ ਨੇ ਕਿ ਉਸ ਵੇਲੇ ਵੀ ਨਿਮਾਣੀ ਪੰਜਾਬੀ ਵਿੱਚ ਕੋਈ ਨਹੀਂ ਸੀ ਲਿਖ ਰਿਹਾ, ਲਿਹਾਜ਼ਾ ਮੈਂ ਸੀਰਤ ਦੇ ਫੁੱਲ ਪੰਜਾਬੀ ਵਿੱਚ ਪਰੋਏ ਤਾਂ ਕਿ ਪੰਜਾਬ ਦੇ ਬਾਗ ਯਾਨੀ ਪੰਜਾਬੀ ਜ਼ਬਾਨ ਵੀ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੀਰਤ ਨਾਲ ਮਹਿਕ ਜਾਏ। ਇੱਕ ਆਜਿਜ਼ ਤੇ ਮਸਕੀਨ ਬੰਦਾ ਹਜ਼ੂਰ ਦੇ ਦਰਬਾਰ ਵਿੱਚ ਖਲੂਸ ਮੁਹੱਬਤ ਤੇ ਅਕੀਦਤ ਦੇ ਫੁੱਲ ਲੈ ਕੇ ਆਇਆ। ਔਰ ਦੂਸਰੀ ਵਜ੍ਹਾ ਕੀ ਦੱਸ ਰਹੇ ਨੇ, ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਬਾਰਗਾਹ ਵਿੱਚ ਇੱਕ ਆਜਜ਼ਾਨਾ ਤੋਹਫਾ ਉਹਨਾਂ ਨੇ ਪੇਸ਼ ਕੀਤਾ ਹੈ। ਇਨਾਮ ਯਾਫਤਾ ਕਿਤਾਬ ਹੈ ਜੀ, ਰਾਈਟਰਸ ਗਿਲਡ ਅਵਾਰਡ ਇਹਨੂੰ ਮਿਲਿਆ, ਅਕਾਦਮੀ ਅਦਬੀਆਤ ਅਵਾਰਡ ਮਿਲਿਆ ਔਰ ਇਹ ਕਿਤਾਬ MA ਤੋਂ ਇਲਾਵਾ CSS ਦੇ ਸਿਲੇਬਸ ਵਿੱਚ ਵੀ ਸ਼ਾਮਿਲ ਹੈ। ਸੀਰਤ ਨਿਗਾਰੀ ਦਾ ਫਨ ਕੀ ਹੁੰਦਾ ਹੈ, ਯਾਨੀ ਇਸ ਫਨ ਦੀ ਬੁਨਿਆਦ ਕੀ ਹੈ, ਮਤਲਬ ਕੀ ਹੈ। ਬਾਜ਼ੂਕਾਤ ਇਸ ਤਰ੍ਹਾਂ ਵੀ ਕੁਐਸਚਨ ਪੁੱਛ ਲੈਂਦਾ ਹੈ ਕਿ ਸੀਰਤੀ ਅਦਬ ਤੋਂ ਕੀ ਮੁਰਾਦ ਹੈ, ਜਾਂ ਸੀਰਤ ਨਿਗਾਰੀ ਦੇ ਫਨ ਬਾਰੇ ਤੁਸੀਂ ਕੀ ਜਾਣਦੇ ਹੋ ਤੇ ਸੱਚੀ ਸਰਕਾਰ ਦਾ ਸੀਰਤੀ ਅਦਬ ਵਿੱਚ ਮੁਕਾਮੋ ਮਰਤਬਾ ਮੁਤਅਯਨ ਕਰੋ। ਸੋ ਮੁਖਤਸਰ ਜਿਹਾ ਸੀਰਤ ਨਿਗਾਰੀ ਦੇ ਫਨ ਬਾਰੇ ਵੀ ਲਿਖਣਾ ਹੈ। ਸੀਰਤ ਦਾ ਮਫਹੂਮ, ਸੀਰਤ ਅਰਬੀ ਜ਼ਬਾਨ ਦਾ ਲਫ਼ਜ਼ ਹੈ ਔਰ ਅਰਬੀ ਲੁਗਤਾਂ ਵਿੱਚ, ਅਰਬੀ ਡਿਕਸ਼ਨਰੀਜ਼ ਵਿੱਚ ਇਹਦਾ ਮਤਲਬ ਚਲਣਾ ਫਿਰਨਾ, ਮੁਸਾਫਤ, ਤਰੀਕਾ, ਸ਼ਕਲੋ ਸੂਰਤ, ਕਿਰਦਾਰ, ਸੁਨਤ, ਹਯਾਤੀ ਗੁਜ਼ਾਰਨ ਦਾ ਢੰਗ ਤੇ ਆਦਾਤ ਵਗੈਰਾ ਨੇ। ਲੇਕਿਨ ਸਾਡੇ ਕੋਲ ਸੀਰਤ ਤੋਂ ਮੁਰਾਦ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਜ਼ਿੰਦਗੀ ਦੇ ਮਾਮੂਲਾਤ ਜਿਹੜੇ ਉਹ ਰੋਜ਼ਮर्रा ਜ਼ਿੰਦਗੀ 'ਚ ਅੰਜਾਮ ਦਿੰਦੇ ਰਹੇ, ਉਹਨਾਂ ਦਾ ਬਿਆਨ ਅਸੀਂ ਸੀਰਤ ਕਹਿਲਾਂਦਾ ਹੈ। ਸੀਰਤ ਤੇ ਸਵਾਨੇ ਹਯਾਤ ਵਿੱਚ ਕੀ ਫਰਕ ਹੈ? ਤੁਸੀਂ ਇਹਦਾ ਇੱਕ ਜੁਮਲਾ ਲਿਖੋ ਜੀ, ਸਵਾਨੇ ਹਯਾਤ ਕਿਸੇ ਵੀ ਬੰਦੇ ਦੀ ਲਿਖੀ ਜਾ ਸਕਦੀ ਹੈ, ਹਾਲਾਤੇ ਜ਼ਿੰਦਗੀ, ਔਰ ਉਹਦੇ ਵਾਸਤੇ ਲਫ਼ਜ਼ ਯੂਜ਼ ਹੁੰਦਾ ਹੈ ਸੀਰਤ ਬਾਬਾ ਫਰੀਦ, ਸੀਰਤ ਗੰਜ ਸ਼ਕਰ, ਸੀਰਤ ਖੁਲਫਾਏ ਰਾਸ਼ਿਦੀਨ, ਸੀਰਤ ਅਲਾਮਾ ਇਕਬਾਲ। ਲੇਕਿਨ ਜਿਸ ਵੇਲੇ ਇਹ ਲਫ਼ਜ਼ ਬਗੈਰ ਕਿਸੇ ਤਖਸੀਸ ਸਪੈਸ਼ਲਿਟੀ ਤੋਂ ਆਵੇਗਾ, ਉਸ ਵੇਲੇ ਸਿਰਫ ਔਰ ਸਿਰਫ ਸੀਰਤ ਤੋਂ ਮੁਰਾਦ ਨਬੀ ਪਾਕ ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਜ਼ਾਤ ਹੋਏਗੀ। ਯਾਨੀ ਸੀਰਤ ਦੀ ਕਿਤਾਬ ਹੈ ਤੇ ਇਹਦਾ ਕੀ ਮਤਲਬ ਹੈ, ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੀਰਤ ਹੈ। ਸੀਰਤ ਕਾਇਦੇ ਆਜ਼ਮ ਹੈ ਤੇ ਉਹ ਕਾਇਦੇ ਆਜ਼ਮ ਦੇ ਸਵਾਨੇ ਹਯਾਤ ਜਾਂ ਹਾਲਾਤੋ ਵਾਕਿਆਤ ਹੋਣਗੇ। ਸੀਰਤ ਤੇ ਹਦੀਸ ਵਿੱਚ ਕੀ ਫਰਕ ਹੈ? ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਜੋ ਗੱਲਾਂ ਇਰਸ਼ਾਦ ਕੀਤੀਆਂ, ਫਰਮਾਈਆਂ, ਬਿਆਨ ਕੀਤੀਆਂ, ਜ਼ਬਾਨ ਤੋਂ ਅਦਾ ਹੋਈਆਂ ਔਰ ਸਾਡੇ ਤੱਕ ਪਹੁੰਚੀਆਂ, ਉਹਨਾਂ ਨੂੰ ਹਦੀਸ ਕਿਹਾ ਜਾਂਦਾ ਹੈ। ਔਰ ਜਿਹੜੀਆਂ ਗੱਲਾਂ ਉਹਨਾਂ ਨੇ ਅਮਲੀ ਤੌਰ ਤੇ, ਜਿਹੜੀਆਂ ਉਹਨਾਂ ਦੀਆਂ ਸੁਨਤਾਂ ਸੀ, ਜਿਹੜੇ ਉਹ ਅਮਲ ਕਰਦੇ ਰਹੇ, ਉਹਨਾਂ ਦਾ ਬਿਆਨ ਸੀਰਤ ਕਹਿਲਾਂਦਾ ਹੈ। ਸੀਰਤ ਨਿਗਾਰੀ ਦੇ ਕਿਹੜੇ ਦੋ ਅਸੂਲ ਨੇ ਜਿਨ੍ਹਾਂ ਨੂੰ ਮੱਦੇਨਜ਼ਰ ਰੱਖ ਕੇ ਸੀਰਤ ਲਿਖੀ ਜਾਂਦੀ ਹੈ? ਉਹਦੇ ਦੋ ਨੇ, ਪਹਿਲਾ ਅਸੂਲੇ ਰਵਾਇਤ ਔਰ ਦੂਸਰਾ ਅਸੂਲੇ ਦਰਾਇਤ। ਅਸੂਲੇ ਰਵਾਇਤ ਜਿਸ ਅਸੂਲ ਦੇ ਤਹਿਤ ਹਦੀਸ ਨਕਲ ਕੀਤੀ ਜਾਂਦੀ ਹੈ, ਤੁਸੀਂ ਵੇਖੋ ਇਨਮਲ ਆਮਾਲੂ ਬਿੰਨੀਯਾਤ ਪਹਿਲੀ ਹਦੀਸ ਹੈ, ਬਿਲਕੁਲ ਮੁਖਤਸਰ ਜਿਹੀ, ਲੇਕਿਨ ਇਹਦੇ ਰਾਵੀ ਜਿਹੜੇ ਨੇ ਉਹ ਲੰਬੇ ਨੇ। ਯਾਨੀ ਫਰਮਾਇਆ ਫਲਾਂ ਬਿਨ ਫਲਾਂ ਬਿਨ ਫਲਾਂ ਬਿਨ ਅਬੂ ਬਕਰ, ਇਸ ਤਰ੍ਹਾਂ ਕਰਕੇ, ਯਾਨੀ ਉਹਨੇ ਉਹਦੇ ਕੋਲੋਂ ਸੁਣਿਆ, ਉਹਨੇ ਉਹਦੇ ਕੋਲੋਂ ਸੁਣਿਆ, ਉਹਨੇ ਉਹਦੇ ਕੋਲੋਂ ਸੁਣਿਆ, ਉਹਨੇ ਹਜ਼ਰਤ ਅਬੂ ਬਕਰ ਕੋਲੋਂ ਸੁਣਿਆ ਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਨੇ ਫਰਮਾਇਆ। ਇਹਨੂੰ ਰਵਾਇਤ ਕਹਿੰਦੇ ਨੇ, ਯਾਨੀ ਨਕਲ ਕਰਨ ਵਾਲੇ ਨੂੰ। ਪਹਿਲਾ ਅਸੂਲ ਤੇ ਇਹ ਹੈ ਕਿ ਅਸੂਲ ਰਵਾਇਤ, ਯਾਨੀ ਜਿਹੜੀ ਹਦੀਸਾਂ ਦੀ ਕੰਪਾਈਲੇਸ਼ਨ ਵੀ ਕੀਤੀ ਗਈ ਹੈ, ਅਸੂਲ ਰਵਾਇਤ ਨੂੰ ਮੱਦੇਨਜ਼ਰ ਰੱਖ ਕੇ ਕੀਤੀ ਗਈ ਹੈ। ਸੀਰਤ ਨਿਗਾਰੀ ਵਿੱਚ ਵੀ, ਸੀਰਤ ਲਿਖਦਿਆਂ ਹੋਇਆਂ ਵੀ ਅਸੂਲ ਰਵਾਇਤ, ਯਾਨੀ ਜਿਹੜੀਆਂ ਰਵਾਇਤਾਂ ਸਾਡੇ ਤੱਕ ਪਹੁੰਚੀਆਂ ਨੇ, ਉਹਨਾਂ ਨੂੰ ਮੱਦੇਨਜ਼ਰ ਰੱਖ ਕੇ ਵਾਕਿਆਤ ਲਿਖੇ ਜਾਂਦੇ ਨੇ। ਦੂਸਰਾ ਅਸੂਲ ਦਰਾਇਤ ਹੁੰਦਾ ਜੀ। ਦਰਾਇਤ ਕਹਿੰਦੇ ਨੇ ਗੈਸ ਨੂੰ, ਅੰਦਾਜ਼ੇ ਨੂੰ, ਇਹਨੂੰ ਅਲੂਮੇ ਅਕਲੀਆ ਕਹਿੰਦੇ ਨੇ। ਯਾਨੀ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਹਵਾਲੇ ਨਾਲ ਕੋਈ ਗੱਲ ਹੈ, ਉਹ ਸਾਡੇ ਤੱਕ ਪਹੁੰਚੀ, ਉਹਨੂੰ ਅਸੀਂ ਅੱਖਾਂ ਬੰਦ ਕਰਕੇ ਕਬੂਲ ਨਹੀਂ ਕਰਨਾ, ਉਹਨੂੰ ਅਸੀਂ ਵੇਖਣਾ ਹੈ ਕਿ ਇਹ ਕਿਆ ਪੋਸੀਬਿਲਿਟੀ ਹੈ, ਇਹਦੀ ਇੰਜ ਹੋ ਸਕਦਾ ਹੈ। ਅਗਰ ਅਕਲ ਕਬੂਲ ਕਰੇ, ਅਕਲ ਤਸਲੀਮ ਕਰੇ ਤੇ ਉਹਨੂੰ ਮੰਨ ਲੈਣਾ ਚਾਹੀਦਾ ਹੈ, ਅਦਰਵਾਈਜ਼ ਉਹਨੂੰ ਛੱਡ ਦੇਣਾ ਚਾਹੀਦਾ ਹੈ, ਉਹਨੂੰ ਦਰਜ ਨਹੀਂ ਕਰਨਾ ਚਾਹੀਦਾ। ਸੀਰਤ ਨਿਗਾਰੀ ਦਾ ਮਕਸਦ ਤੇ ਅਹਿਮੀਅਤ ਕੀ ਹੈ? ਬੜਾ ਅਹਿਮ ਪੁਆਇੰਟ ਹੈ ਜੀ, ਇਹ ਥੋੜਾ ਲੈਂਥੀ ਡਿਸਕਸ ਕੀਤਾ ਹੈ, ਲੇਕਿਨ ਤੁਸੀਂ ਇਹਨੂੰ ਮੁਖਤਸਰ ਕਰ ਲੈਣਾ। ਇਹਦੇ ਹਿੱਸੇ ਮੈਂ ਦੱਸ ਦੇਣਾ। ਮਸਲਨ ਪਹਿਲੇ ਹਿੱਸੇ ਵਿੱਚ ਇਹ ਦੱਸਿਆ ਹੈ ਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੀਰਤ ਲਿਖਣ ਦਾ ਮਕਸਦ ਔਰ ਅਹਿਮੀਅਤ ਹੈ ਵੇ ਕਿ ਅੱਲਾਹ ਤਾਲਾ ਖੁਦ ਨਬੀ ਪਾਕ ਦਾ ਸੀਰਤ ਨਿਗਾਰ ਹੈ, ਯਾਨੀ ਕੁਰਾਨ ਮਜੀਦ ਵਿੱਚ ਅੱਲਾਹ ਤਾਲਾ ਦੀਆਂ ਤਾਰੀਫਾਂ ਬਿਆਨ ਕੀਤੀਆਂ ਨੇ। ਮਸਲਨ ਪਹਿਲੀ ਆਇਤ ਦਾ ਹਵਾਲਾ ਹੈ ਵਰਫਾਨਾ ਲਕਾ ਜ਼ਿਕਰਕ, ਤੇ ਅਸੀਂ ਤੁਹਾਡੇ ਜ਼ਿਕਰ ਨੂੰ ਬੁਲੰਦ ਕੀਤਾ। ਇਹ ਕੀ ਹੈ? ਬੁਨਿਆਦੀ ਤੌਰ ਤੇ ਅੱਲਾਹ ਤਾਲਾ ਖੁਦ ਨਬੀ ਪਾਕ ਦੀ ਤਾਰੀਫ ਬਿਆਨ ਕਰ ਰਿਹਾ ਹੈ। ਵਮਾ ਅਰਸਲਨਾਕਾ ਇਲਾ ਰਹਿਮਤੁਲ ਲਿਲ ਆਲਮੀਨ, ਤੇ ਅਸੀਂ ਤੁਹਾਨੂੰ तमाम जहाना वास्ते रहमत बना के भेजिया।
इसी तरह व इन्नल्लाह मलाइकतहु युसल्लूना अलन नबी या अय्युहल्लज़ीना आमनू सल्लू अलैहि व सल्लिमू तस्लीमा। ਤੁਸੀਂ ਇਹ ਤਿੰਨ ਆਇਤਾਂ ਵੀ ਬੇਸ਼ੱਕ ਨਾ ਲਿਖਣਾ, ਇੱਕ ਲਿਖ ਲੈਣਾ, ਲੇਕਿਨ ਇਹਦੀ ਇੱਕ ਵਜ਼ਾਹਤੀ ਜੁਮਲਾ ਕਿ ਅੱਲਾਹ ਤਾਲਾ ਨੇ ਚੂੰਕਿ ਖੁਦ ਕੁਰਾਨ ਮਜੀਦ ਵਿੱਚ ਨਬੀ ਪਾਕ ਦੀ ਤਾਰੀਫ ਕੀਤੀ ਹੈ, ਇਸ ਵਾਸਤੇ ਸਾਡੇ ਵਾਸਤੇ ਵੀ ਨਬੀ ਪਾਕ ਦੀ ਸੀਰਤ ਬਿਆਨ ਕਰਨਾ ਜਾਂ ਤਾਰੀਫ ਬਿਆਨ ਕਰਨਾ ਅਹਿਮੀਅਤ ਦਾ ਹਾਮਿਲ ਹੈ। ਦੂਸਰੇ ਨੰਬਰ ਤੇ ਨਬੀ ਪਾਕ ਦੀਆਂ ਖੁਦ ਹਦੀਸਾਂ ਤੋਂ ਸਾਨੂੰ ਪਤਾ ਲੱਗਦਾ ਹੈ ਕਿ ਜਦੋਂ ਤੱਕ ਅਸੀਂ ਨਬੀ ਪਾਕ ਨੂੰ ਆਪਣੇ ਔਲਾਦ ਤੋਂ, ਮਾਂ ਪਿਓ ਤੋਂ, ਵਾਲਦੈਨ ਤੋਂ ਜ਼ਿਆਦਾ ਅਜ਼ੀਜ਼ ਨਹੀਂ ਰੱਖ ਲੈਂਦੇ, ਉਸ ਲਈ ਤੱਕ ਸਾਡਾ ਈਮਾਨ ਮੁਕੰਮਲ ਨਹੀਂ ਹੁੰਦਾ। ਨਬੀ ਪਾਕ ਦੀ ਹਦੀਸ, ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਹਦੀਸਾਂ ਕੁਰਾਨ ਮਜੀਦ ਵਿੱਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਤਾਰੀਫਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਨਾ ਸਿਰਫ ਮੁਸਲਮਾਨਾਂ ਬਲਕਿ ਗੈਰ ਮੁਸਲਿਮਾਂ ਨੇ ਵੀ ਨਬੀ ਪਾਕ ਦੀ ਸੀਰਤ ਬਿਆਨ ਕੀਤੀ ਹੈ। ਕੁਝ ਸੀਰਤ ਨਿਗਾਰਾਂ ਦੇ ਨਾਂ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ, ਸਭ ਤੋਂ ਕਦੀਮ, ਸਭ ਤੋਂ ਅਹਮ ਮੁਹੰਮਦ ਬਿਨ ਇਸਹਾਕ। ਮੁਹੰਮਦ ਬਿਨ ਇਸਹਾਕ ਦਾ ਜ਼ਮਾਨਾ ਸੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਪਰਦਾਪੋਸ਼ੀ ਤੋਂ 85 ਹਿਜਰੀ 151 ਹਿਜਰੀ ਤੱਕ, ਔਰ ਇਹਨਾਂ ਦੀ ਕਿਤਾਬ ਦਾ ਨਾਂ ਹੈ ਕਿਤਾਬ ਅਲ ਮਗਾਜ਼ੀ। ਇਹ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਸੀਰਤ ਦੀ ਸਭ ਤੋਂ ਪਹਿਲੀ ਕਿਤਾਬ ਹੈ। ਕੋਈ ਵੀ ਬੰਦਾ ਸੀਰਤ ਲਿਖੇ ਤੇ ਇਸ ਬੁੱਕ ਨੂੰ ਬੇਸਿਕ ਸੋਰਸ ਦੇ ਤੌਰ ਤੇ ਯੂਜ਼ ਕਰਦਾ ਹੈ। ਡਾਕਟਰ GB 1815 ਵਿੱਚ ਇਹਨਾਂ ਸੀਰਤ ਲਿਖੀ। ਇਹ ਸਾਰੇ ਓਰੀਐਂਟਲਿਸਟ ਸੀ, ਇਹ ਸਾਰੇ ਮੁਸਤਸ਼ਰਿਕ ਸੀ, ਜਿਹੜੇ ਗੈਰ ਮੁਸਲਿਮ ਸੀ, ਗੈਰ ਮਜ਼ਹਬਾਂ ਦੇ ਸੀ, ਯੂਰਪੀਅਨ ਸੀ, ਲੇਕਿਨ ਇਹਨਾਂ ਨੇ ਮਸ਼ਰਕੀ ਉਲੂਮ ਪੜ੍ਹੇ ਸੀ, ਅਰਬੀ ਪੜ੍ਹੀ ਸੀ, ਅਰਬੀ ਲਿਟਰੇਚਰ ਪੜ੍ਹਿਆ ਸੀ, ਪਰਸ਼ੀਅਨ ਪੜ੍ਹੀ ਸੀ, ਮਸ਼ਰਕੀ ਜ਼ਬਾਨਾਂ ਦੂਸਰੀਆਂ ਵੀ ਜਾਣਦੇ ਸੀ। ਸੋ ਇਹਨਾਂ ਨੇ ਸੀਰਤਾਂ ਵੀ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀਆਂ ਲਿਖੀਆਂ। ਡਾਕਟਰ ਸਪ੍ਰਿੰਗਰ ਜਰਮਨ ਸੀ, 1851 ਵਿੱਚ ਸੀਰਤ ਮੁਹੰਮਦ। ਮਾਰਗੋਲੀਅਤ ਇੰਗਲਿਸਤਾਨੀ ਸੀ, ਅੰਗਰੇਜ਼ ਸੀ, 1905 ਵਿੱਚ ਹਜ਼ਰਤ ਮੁਹੰਮਦ ਸੱਲੱਲਾਹੁ ਅਲੈਹਿ ਵਸੱਲਮ ਦੇ ਨਾਂ ਨਾਲ ਇਹਨਾਂ ਨੇ ਸੀਰਤ ਲਿਖੀ। ਸੇਵਾ ਸਿੰਘ ਅੰਮ੍ਰਿਤਸਰੀ 1927 ਵਿੱਚ ਹਜ਼ਰਤ ਮੁਹੰਮਦ ਸਾਹਿਬ ਸਿੱਖ ਸੀ ਹੈ। ਸ਼ਿਬਲੀ ਨੁਮਾਨੀ ਤੁਸੀਂ ਜਾਣਦੇ ਹੋ, ਉਰਦੂ ਵਿੱਚ ਉਹਨਾਂ ਸੀਰਤ ਲਿਖੀ ਔਰ 5 ਜਿਲਦਾਂ ਵਿੱਚ ਉਹਨਾਂ ਦੀ ਸੀਰਤ ਸ਼ਾਇਆ ਹੋਈ। ਪੰਜਾਬੀ ਵਿੱਚ ਹਕੀਮ ਅਬਦੁਲ ਲਤੀਫ ਆਰਫ ਸ਼ਾਨੇ ਹਜ਼ੂਰ ਉਰਫ ਕਮਲੀ ਵਾਲਾ ਔਰ ਫਿਰ ਅਬਦੁਲ ਕਰੀਮ ਸਮਰ ਸਾਹਿਬ ਨੇ ਲਿਖੀ ਸੱਚੀ ਸਰਕਾਰ ਦੇ ਨਾਂ ਨਾਲ। ਅੱਛਾ ਜੀ, ਇਹ ਪੁਆਇੰਟ ਤੁਸੀਂ ਸਕਿਪ ਵੀ ਕਰ ਸਕਦੇ ਹੋ, ਲੇਕਿਨ ਅਗਰ ਲਿਖਣਾ ਚਾਹੋ ਤੇ ਇਹਦੇ 'ਚ ਇਹ ਲਿਖਣਾ ਹੈ ਕਿ ਪੰਜਾਬੀ ਅਦਬ ਵਿੱਚ ਸੀਰਤ ਨਿਗਾਰੀ ਮੰਜ਼ੂਮ ਜਾਂ ਸ਼ੇਰੀ ਸੂਰਤ ਵਿੱਚ ਬੇਸ਼ੁਮਾਰ ਸੀ, ਬਲਕਿ ਪੰਜਾਬੀ ਸ਼ਾਇਰੀ ਵਿੱਚ ਤੇ ਸੀਰਤ ਨਿਗਾਰੀ ਦੀ ਅਲੱਗ-ਅਲੱਗ ਸਿਨਫਾਂ ਮੌਜੂਦ ਨੇ। ਮਸਲਨ ਮੈਰਾਜਨਾਮੇ, ਤਵੱਲਦਨਾਮੇ, ਹੁਲੀਆ ਸ਼ਰੀਫ, ਇਹਦੇ 'ਚ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦਾ ਹੁਲੀਆ, ਤਵੱਲਦ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਵਲਾਦਤ ਦੇ ਹਵਾਲੇ ਨਾਲ, ਵਫਾਤਨਾਮਾ ਵਫਾਤ ਦੇ ਹਵਾਲੇ ਨਾਲ, ਮਿਲਾਦਨਾਮੇ ਆਮਦ ਦੇ ਹਵਾਲੇ ਨਾਲ ਖੁਸ਼ੀਆਂ, ਮੌਜਜ਼ਾਤੇ ਰਸੂਲ, ਨੂਰਨਾਮੇ ਨਬੀ ਪਾਕ ਸੱਲੱਲਾਹੁ ਅਲੈਹਿ ਵਸੱਲਮ ਦੀ ਪੈਦਾਇਸ਼ ਨਾਲ, ਚਾਰ ਚੁਫੇਰੇ ਜਿਹੜਾ ਨੂਰ ਖਿਲਰ ਗਿਆ ਉਹਦਾ ਜ਼ਿਕਰ, ਜੰਗਨਾਮੇ, ਗੁਲਜ਼ਾਰਾਂ, ਇਹ ਸਾਰੀਆਂ ਅਲੱਗ ਤੋਂ ਸ਼ੇਰੀ ਅਸਨਾਫ ਨੇ। ਇਸ ਤੋਂ ਇਲਾਵਾ ਮੁਕੰਮਲ ਸੀਰਤ ਵੀ ਲੋਕਾਂ ਨੇ ਸ਼ਾਇਰੀ ਜਾਂ ਸ਼ੇਰੀ ਸੂਰਤ ਵਿੱਚ ਲਿਖੀ ਹੈ। ਨਸਰੀ ਸੂਰਤ ਵਿੱਚ ਸੀਰਤ ਘੱਟ ਸੀ। ਨਸਰ ਵਿੱਚ ਸੀਰਤ ਲਿਖਣ ਦਾ ਆਗਾਜ਼ 20ਵੀਂ ਸਦੀ ਦੇ ਦੂਸਰੇ ਅਸ਼ਰੇ ਵਿੱਚ ਹੋਇਆ। 1921 ਵਿੱਚ ਹਕੀਮ ਅਬਦੁਲ ਲਤੀਫ ਆਰਫ ਦੀ ਕਿਤਾਬ ਸ਼ਾਨੇ ਹਜ਼ੂਰ ਸ਼ਾਇਆ ਹੋਈ, ਲੇਕਿਨ ਇਹ ਵੀ ਨਸਰ ਤੇ ਨਜ਼ਮ ਵਿੱਚ ਮਿਕਸ ਕਿਤਾਬ ਹੈ। ਦੂਸਰੀ ਸੀਰਤ ਦੀ ਕਿਤਾਬ ਸੇਵਾ ਸਿੰਘ ਅੰਮ੍ਰਿਤਸਰੀ, ਲੇਕਿਨ ਉਹ ਇੱਕ ਸਿੱਖ ਵੱਲੋਂ ਲਿਖੀ ਹੋਈ ਕਿਤਾਬ ਹੈ। ਇਸੇ ਤਰ੍ਹਾਂ ਹਬੀਬੁੱਲਾ ਫਰੂਕੀ ਸਾਹਿਬ ਨੇ ਨਬੀਆਂ ਦਾ ਸਰਦਾਰ ਲਿਖੀ, ਜਿਹੜੀ ਮੁਕੰਮਲ ਨਸਰ ਵਿੱਚ ਲਿਖੀ ਹੋਈ ਸਭ ਤੋਂ ਪਹਿਲੀ ਕਿਤਾਬ ਬਣਦੀ ਹੈ, ਔਰ ਇਹ 1942 ਵਿੱਚ ਸ਼ਾਇਆ ਹੋਈ। ਕਿਆਮੇ ਪਾਕਿਸਤਾਨ ਤੋਂ ਬਾਅਦ ਲੰਬਾ ਅਰਸਾ ਗੁਜ਼ਰ ਗਿਆ, ਯਾਨੀ 1962 ਤੱਕ ਕੋਈ ਕਿਤਾਬ ਨਹੀਂ ਸੀ। ਸੋ ਹਕੀਮ ਅਬਦੁਲ ਕਰੀਮ ਸਮਰ ਸਾਹਿਬ ਨੇ ਇਹ ਕਿਤਾਬ ਲਿਖ ਕੇ 1962 ਵਿੱਚ ਸ਼ਾਇਆ ਕਰਵਾਈ, ਔਰ ਇਹ ਕਿਤਾਬ ਪੰਜਾਬੀ ਸੀਰਤ ਨਿਗਾਰੀ ਵਿੱਚ ਜਾਂ ਪੰਜਾਬੀ ਸੀਰਤੀ ਅਦਬ ਵਿੱਚ ਇੱਕ ਅਨਮੋਲ ਇਜ਼ਾਫਾ ਹੈ। ਸੱਚੀ ਸਰਕਾਰ, ਇਹ ਕੁਐਸਚਨ ਐਕਸਪੈਕਟਡ ਕੁਐਸਚਨ ਤੁਹਾਨੂੰ ਦੱਸ ਵੀ ਦਿੱਤੇ ਨੇ ਸਟਾਰਟ ਵਿੱਚ, ਔਰ ਇਹ ਵੀ ਵੇਖ ਲਵੋ। ਸੱਚੀ ਸਰਕਾਰ ਪੰਜਾਬੀ ਸੀਰਤ ਨਿਗਾਰੀ ਵਿੱਚ ਅਨਮੋਲਾ ਵਾਧਾ ਹੈ। ਇਹ ਮੇਰਾ ਖਿਆਲ 15 ਜਾਂ 16 ਵਿੱਚ ਕੁਐਸਚਨ ਆਇਆ ਸੀ। ਜਾਂ ਸੱਚੀ ਸਰਕਾਰ ਦਾ ਅਸਲੂਬ ਬਿਆਨ ਕਰੋ, ਜਾਂ ਸੱਚੀ ਸਰਕਾਰ ਦਾ ਮੁਕਾਮੋ ਮਰਤਬਾ ਮੁਤਅਯਨ ਕਰੋ। ਆਸਾਨ ਹੈ ਜੀ, ਮੁਸ਼ਕਲ ਟਾਪਿਕ ਨਹੀਂ ਹੈ, ਕੋਈ ਰੱਟੇ ਵਾਲੇ ਟਾਪਿਕ ਨਹੀਂ। ਦੋਨੋਂ ਸਿਰਫ ਇੱਕ ਵਾਰੀ ਦੋ ਵਾਰੀ ਵਿਜ਼ਾਹਤ ਨਾਲ ਪੜ੍ਹੋ, ਗੌਰ ਨਾਲ ਪੜ੍ਹੋ ਔਰ ਆਪਣੇ ਲਫ਼ਜ਼ਾਂ ਵਿੱਚ ਟਾਪਿਕ ਲਿਖਣ ਦੀ ਕੋਸ਼ਿਸ਼ ਕਰੋ। ਅਬਦੁਲ ਕਰੀਮ ਸਮਰ ਸਾਹਿਬ ਦੀ ਕਿਤਾਬ ਸੱਚੀ ਸਰਕਾਰ ਪੰਜਾਬੀ ਦੇ ਸੀਰਤੀ ਅਦਬ ਵਿੱਚ ਇੱਕ ਅਨਮੋਲ ਇਜ਼ਾਫਾ ਹੈ, ਔਰ ਆਪਣੇ ਅਸਲੂਬ, ਖਾਸ ਅੰਦਾਜ਼ੇ ਬਿਆਨ ਦੀ ਵਜ੍ਹਾ ਤੋਂ ਖਾਸ ਮੁਕਾਮ ਰੱਖਦੀ ਹੈ। ਉਹਨਾਂ ਅਕੀਦਤ ਦੇ ਨਾਲ ਨਾਲ ਇਖਤਸਾਰ ਤੇ ਜਾਮੀਅਤ ਨੂੰ ਵੀ ਮੱਦੇਨਜ਼ਰ ਰੱਖੇ, ਯਾਨੀ ਨਬੀ ਪਾਕ ਨਾਲ ਅਕੀਦਤ ਦਾ ਇਜ਼ਹਾਰ ਤੇ ਕੀਤਾ ਹੀ ਹੈ, ਮਗਰ
ਜਿਹੜੀ ਕਿਤਾਬ ਦੀ ਸਭ ਤੋਂ ਵੱਡੀ ਖੂਬੀ ਕਹਿ ਲਵੋ ਕਿ ਥੋੜੇ ਜਿਹੇ ਸਫ਼ਿਆਂ ਵਿੱਚ ਸਿਰਫ ਉਹਨਾਂ ਨੇ ਨਬੀ ਪਾਕ ਦੀ ਜ਼ਿੰਦਗੀ ਨੂੰ ਪੂਰੀ ਨੂੰ ਕਨਕਲੂਡ ਕਰ ਦਿੱਤਾ ਹੈ। ਇਹਦਾ ਅਸਲੂਬ ਜਾਨਦਾਰ ਤੇ ਮੁਨਫਰਦ ਹੈ। ਦਿਬਾਚੇ ਵਿੱਚ ਪ੍ਰੀਫੇਸ ਵਿੱਚ ਕਿਤਾਬ ਦੇ ਸ਼ੁਰੂ ਵਿੱਚ ਜਿਹੜਾ ਦਿਬਾਚਾ ਹੁੰਦਾ ਉਹਦੇ 'ਚ ਕਿਤਾਬ ਲਿਖਣ ਦਾ ਮਕਸਦ ਬਿਆਨ ਕਰਦੇ ਹੋਏ ਕਹਿ ਰਹੇ ਨੇ। ਇਹ ਦਿਬਾਚਾ ਇੰਨਾ ਹੀ ਸੀ ਜੀ, ਤਕਰੀਬਨ ਅੱਧੇ ਸਫ਼ੇ ਦਾ ਮੈਂ ਸਾਰਾ ਵਿੱਚ ਲਿਖ ਦਿੱਤਾ ਹੈ। ਸਮਝਾ ਵੀ ਦੇਣਾ ਵਾ, ਇਹਦੇ ਤੋਂ 3 ਗੱਲਾਂ ਦਾ ਸਮਝ ਆਉਂਦੀ ਹੈ। ਅਗਰ ਤੁਸੀਂ ਇਹਨੂੰ ਕੋਟੇਸ਼ਨ ਫਾਰਮ ਵਿੱਚ ਯਾਦ ਨਹੀਂ ਕਰਨਾ ਚਾਹੁੰਦੇ ਤੇ ਕੋਈ ਮਸਲਾ ਨਹੀਂ, ਤੁਸੀਂ ਇਹਦੇ ਵਿੱਚੋਂ 3 ਗੱਲਾਂ ਜਿਹੜੀਆਂ ਨੇ ਉਹਨਾਂ ਨੂੰ ਆਪਣੇ ਲਫ਼ਜ਼ਾਂ ਵਿੱਚ ਲਿਖ ਲਵੋ। ਪਹਿਲੀ ਗੱਲ, ਮੁਹੱਬਤ ਜ਼ਾਬਤੇ ਨਹੀਂ ਵੇਖਦੀ ਤੇ ਇਸ਼ਕ ਜ਼ਾਤ ਨਹੀਂ ਪੁੱਛਦਾ। ਅਜ਼ਮਤਾਂ ਨੂੰ ਪਰਖਣ ਵਾਸਤੇ ਇਨਸਾਨ ਦੀ ਨਜ਼ਰ ਹੋਣੀ ਚਾਹੀਦੀ ਹੈ, ਪਰ ਮੈਂ ਤੇ ਮਿਸਰ ਦੀ ਮਾਈ ਵਾਂਗੂ ਸੂਤਰ ਦੀ ਅੱਟੀ ਲੈ ਕੇ ਯੂਸਫ ਦੇ ਖਰੀਦਾਰਾਂ ਵਿੱਚ ਨਾਮ ਲਿਖਾਇਆ ਹੈ, ਕਿਉਂ ਜੋ ਜ਼ਰਰੇ ਨੂੰ ਵੀ ਸੂਰਜ ਨਾਲ ਇੱਕ ਨਿਸਬਤ ਹੁੰਦੀ ਹੈ। ਕੀ ਮਤਲਬ ਇਹਦਾ? ਜਿਸ ਤਰ੍ਹਾਂ ਇੱਕ ਬੁੱਢੀ ਮਾਈ ਹਜ਼ਰਤ ਯੂਸਫ अलैहिस्सलाम ਨੂੰ ਖਰੀਦਣ ਵਾਸਤੇ ਬਾਜ਼ਾਰ ਚਲੀ ਗਈ ਸੀ ਔਰ ਉਹਦੇ ਕੋਲ ਕੀ ਸੀ? ਸਿਰਫ ਇੱਕ ਸੂਤਰ ਦੇ ਧਾਗੇ ਦੀ ਗੁੱਛੀ ਸੀ, ਅੱਟੀ ਸੀ। ਕਿਸੇ ਨੇ ਪੁੱਛਿਆ, ਮਾਈ ਤੈਨੂੰ ਯੂਸਫ ਮਿਲ ਜਾਏਗਾ? ਉਹਨੇ ਕਿਹਾ, ਨਾ ਮਿਲੇ ਲੇਕਿਨ ਯੂਸਫ ਦੇ ਖਰੀਦਾਰਾਂ ਵਿੱਚ ਮੇਰਾ ਨਾਂ ਜ਼ਰੂਰ ਹੋਏਗਾ ਜਿਹੜਾ ਅੱਜ ਤੱਕ ਸ਼ਾਮਿਲ ਹੈ। ਅੱਛਾ ਜੀ, ਪਹਿਲੀ ਗੱਲ ਤੇ ਹੈ ਕਿ ਉਹਨਾਂ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਜ਼ਾਤ ਨਾਲ ਮੁਹੱਬਤ ਦੀ ਖਾਤਰ, ਇਹ ਪਹਿਲੀਆਂ 3 ਲਾਈਨਾਂ ਦਾ ਮਫਹੂਮ ਹੈ ਵੇ, ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਜ਼ਾਤ ਨਾਲ ਆਪਣੀ ਨਿਸਬਤ ਜ਼ਾਹਿਰ ਕਰਨ ਦੀ ਖਾਤਰ ਇਹ ਸੀਰਤ ਲਿਖੀ। ਦੂਸਰੀ ਗੱਲ ਕੀ ਦੱਸਦੇ ਨੇ, ਕਿਉਂ ਜੋ ਪਹਿਲੀਆਂ 4 ਲਾਈਨਾਂ ਨੈਕਸਟ ਕੀ ਦੱਸਦੇ ਨੇ, ਮੈਂ ਇਸ ਕਿਤਾਬ ਵਿੱਚ ਰਸੂਲullah ਦੀ ਸੀਰਤ ਦੇ ਉਹ ਪਹਿਲੂ ਪੇਸ਼ ਕੀਤੇ ਨੇ ਜਿਨ੍ਹਾਂ ਵਿੱਚੋਂ ਹਜ਼ੂਰ ਦੇ ਇਖਲਾਕ, ਮੇਰ ਮੁਹੱਬਤ ਤੇ ਰਹਿਤ ਬੈਤ ਤੇ ਰੋਸ਼ਨੀ ਪੈਂਦੀ ਹੈ, ਨਾਲੇ ਜਹਾਦ ਤੇ ਤਬਲੀਗ ਦਾ ਸਬਕ ਮਿਲਦਾ ਹੈ। ਦੂਸਰੀ ਚੀਜ਼ ਉਹਨਾਂ ਦੱਸਿਆ ਹੈ ਕਿ ਉਹਨਾਂ ਨੇ ਖਾਸ ਫੋਕਸ ਕਿਸ ਚੀਜ਼ ਉੱਤੇ ਕੀਤਾ ਹੈ, ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਜਿਹੜੀ ਇਖਲਾਕ, ਮੇਰ ਮੁਹੱਬਤ ਤੇ ਜਹਾਦ ਵਾਲੇ ਪਹਿਲੂ ਜ਼ਿਆਦਾ ਉਹਨਾਂ ਨੇ ਫੋਕਸ ਕੀਤੇ ਨੇ। ਤੀਸਰੀ ਗੱਲ, ਰਸੂਲullah ਦੀ ਜ਼ਿੰਦਗੀ ਉੱਤੇ ਦੂਜੀਆਂ ਉੱਚੀਆਂ ਤੇ ਇਲਮੀ ਜ਼ਬਾਨਾਂ ਵਿੱਚ ਬੇਅੰਤ ਕਿਤਾਬਾਂ ਮਿਲਦੀਆਂ ਨੇ, ਪਰ ਮੈਂ ਨਿਮਾਣੀ ਪੰਜਾਬੀ ਵਿੱਚ ਸੀਰਤ ਦੇ ਫੁੱਲ ਚੁਣੇ ਨੇ ਤਾਂ ਜੋ ਪੰਜਾਬ ਦੇ ਬਾਗ ਵੀ ਇਹਨਾਂ ਦੀ ਖੁਸ਼ਬੂ ਨਾਲ ਮਹਿਕਣ। ਤੀਸਰੀ ਗੱਲ ਕੀ ਹੈ ਜੀ? ਕਹਿੰਦਾ ਬਾਕੀ ਸਾਰੀਆਂ ਵੱਡੀਆਂ ਜ਼ਬਾਨਾਂ ਵਿੱਚ ਸੀਰਤ ਦੀਆਂ ਕਿਤਾਬਾਂ ਮੌਜੂਦ ਸੀ, ਪੰਜਾਬੀ ਵਿੱਚ ਨਸਰ ਵਿੱਚ ਸੀਰਤ ਘੱਟ ਸੀ, ਲਿਹਾਜ਼ਾ ਮੈਂ ਇਹ ਸੋਚਿਆ ਕਿ ਨਸਰ ਵਿੱਚ ਸੀਰਤ ਹੋਣੀ ਚਾਹੀਦੀ ਹੈ, ਸੋ ਮੈਂ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੀਰਤ ਨੂੰ ਨਸਰੀ ਅੰਦਾਜ਼ ਵਿੱਚ ਬਿਆਨ ਕੀਤਾ। ਕਿਦੀ ਮਜਾਲ ਹੈ ਜੋ ਕਾਇਨਾਤ ਦੇ ਵਾਲੀ ਤੇ ਲੌਲਾਕ ਦੇ ਮਾਲਿਕ ਦੀ ਸੀਰਤ ਲਿਖਣ ਦਾ ਹੱਕ ਅਦਾ ਕਰ ਸਕੇ, ਪਰ ਕਮਲੀ ਵਾਲੇ ਦੇ ਕਰਮ ਤੇ ਰੱਬ ਦੀ ਤੌਫੀਕ ਨਾਲ ਇਹ ਕੰਮ ਤੋੜ ਚੜਿਆ ਏ। ਇੱਕ ਆਜਜ਼ ਤੇ ਮਸਕੀਨ ਬੰਦਾ ਹਜ਼ੂਰ ਪਾਕ ਦੇ ਦਰਬਾਰ ਵਿੱਚ ਖਲੂਸ ਮੁਹੱਬਤ ਤੇ ਅਕੀਦਤ ਦੇ ਫੁੱਲ ਲੈ ਕੇ ਆਇਆ ਏ। ਚੌਥੀ ਗੱਲ ਕੀ ਦੱਸ ਰਿਹਾ ਜੀ? ਕੋਈ ਐਸਾ ਬੰਦਾ ਨਹੀਂ ਜਿਹੜਾ ਦਾਵਾ ਕਰ ਸਕੇ ਕਿ ਮੈਂ ਨਬੀ ਪਾਕ ਦੀ ਸੀਰਤ ਦਾ ਹਰ ਪਹਿਲੂ ਬਿਆਨ ਕਰ ਦਿੱਤਾ। ਸਿਰਫ ਕਹਿੰਦਾ ਕੋਸ਼ਿਸ਼ ਹੁੰਦੀ ਏ, ਅਕੀਦਤ ਹੁੰਦੀ ਏ। ਮੈਂ ਵੀ ਇੱਕ ਆਜਜ਼ਾਨਾ ਕੋਸ਼ਿਸ਼ ਕੀਤੀ ਏ। ਮੇ ਵੀ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਜ਼ਾਤ ਮੇਰੀ ਇਸ ਕੋਸ਼ਿਸ਼ ਨੂੰ ਸ਼ਰਫੇ ਕਬੂਲੀਅਤ ਬਖਸ਼ ਦੇਣ ਔਰ ਮੇਰੇ ਵਾਸਤੇ ਇਹ ਸੀਰਤ ਵਜਾਏ ਨਿਜਾਤ ਬਣ ਜਾਏ। ਅਖੀਰ 'ਚ ਇੱਕ ਮਿਸਰਾ ਜੀ, ਕਿਉਂਕਿ ਸ਼ਾਇਰ ਵੀ ਸੀ, ਝੋਲੀ ਭਰਨ ਫਕੀਰਾਂ ਸੰਦੀ ਸ਼ਾਹਾਂ ਨੂੰ ਕੀ ਥੋੜਾਂ। ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਮੇਰੇ ਜੈਸੇ ਫਕੀਰ ਦੀ ਝੋਲੀ ਭਰ ਦੇਣ, ਯਾਨੀ ਕੀ ਮਤਲਬ ਹੈ ਕਿ ਮੇਰੀ ਇਸ ਕੋਸ਼ਿਸ਼ ਨੂੰ, ਮੇਰੀ ਇਸ ਅਕੀਦਤ ਨੂੰ ਸ਼ਰਫੇ ਕਬੂਲੀਅਤ ਬਖਸ਼ ਦੇਣ। ਤੇ ਕਹਿੰਦਾ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਸ਼ਾਹਾਂ ਨੂੰ ਕੀ ਥੋੜਾਂ, ਯਾਨੀ ਬਾਦਸ਼ਾਹ ਨੂੰ ਕੋਈ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਸੱਚੀ ਸਰਕਾਰ ਦੇ ਅਸਲੂਬ ਦੇ ਹਵਾਲੇ ਨਾਲ ਜਿਹੜੀਆਂ ਕੁਝ ਨੁਮਾਇਆ ਖੂਬੀਆਂ ਨੇ ਉਹ ਦਰਜ ਜ਼ੈਲ ਨੇ ਜੀ ਥੱਲੇ। ਇਖਤਸਾਰ ਕਿਤਾਬ ਦੀ ਸਭ ਤੋਂ ਪਹਿਲੀ ਖੂਬੀ ਕਿ ਇਹ ਵਾਲੀ ਕਿਤਾਬ ਸਿਰਫ 196 ਸਫ਼ਿਆਂ ਵਿੱਚ ਉਹਨਾਂ ਨੇ ਇੰਤਹਾਈ ਜਾਮੇ ਅੰਦਾਜ਼ ਨਾਲ, ਯਾਨੀ 196 ਸਫ਼ੇ ਪੜ੍ਹ ਕੇ ਅਸੀਂ 198 ਪੇਜ ਪੜ੍ਹ ਕੇ ਅਸੀਂ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਸੀਰਤ ਦੇ ਅਹਿਮ ਵਾਕਿਆਤ ਨਾਲ ਜਾਣੂ ਹੋ ਜਾਂਦੇ ਹਾਂ। ਸੋ ਇਹ ਜਿਹੜੀ ਕਨਕਲੂਜਨ ਹੈ ਜਾਂ ਕਨਕਲੂਡ ਕਰਨਾ ਜਾਂ ਸਮਰਾਈਜ਼ ਕਰਨਾ, ਅਸਲ ਵਿੱਚ ਕੂਜ਼ੇ ਨੂੰ ਸਮੁੰਦਰ ਵਿੱਚ ਬੰਦ ਕਰਨ ਦੇ ਮੁਤਰਾਦਿਫ ਹੈ। ਔਰ ਇਹਦੀ ਇੱਕ ਮਿਸਾਲ ਤੁਸੀਂ ਇਸ ਤਰ੍ਹਾਂ ਸਮਝ ਸਕਦੇ ਹੋ ਕਿ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੀ ਜ਼ਿੰਦਗੀ, ਪੂਰੀ ਜ਼ਿੰਦਗੀ ਦਾ ਅਹਾਤਾ ਕਰਨਾ ਕਿਸ ਕਦਰ ਮੁਸ਼ਕਲ ਹੈ, ਯਾਨੀ ਕਿੰਨੇ ਜ਼ਿਆਦਾ ਵਾਕਿਆਤ ਨੇ। ਸ਼ਿਬਲੀ ਨੁਮਾਨੀ ਨੇ ਸੀਰਤੁਨ ਨਬੀ 5 ਜਿਲਦਾਂ ਵਿੱਚ ਲਿਖੀ ਸੀ ਔਰ ਹਰ ਜਿਲਦ ਦੇ ਤਕਰੀਬਨ 1000 ਪੇਜ ਨੇ, ਲੇਕਿਨ ਫਿਰ ਵੀ ਉਹਨਾਂ ਅਫਸੋਸ ਦਾ ਇਜ਼ਹਾਰ ਕੀਤਾ ਸੀ ਕਿ ਅਫਸੋਸ ਉਹ ਖਾਤਮੁਨ ਨਬੀयीन ਹਜ਼ਰਤ ਮੁਹੰਮਦ ਸੱਲੱਲਾਹੁ ਅਲੈहि ਵਸੱਲਮ ਦੀ ਜ਼ਿੰਦਗੀ ਦਾ ਹਰ ਪਹਿਲੂ ਬਿਆਨ ਨਹੀਂ ਕਰ ਸਕੇ। ਨਿੱਕੇ ਨਿੱਕੇ ਜ਼ੈਲੀ ਉਨਵਾਨਾਤ ਉਹਨਾਂ ਨੇ ਕਿਤਾਬ ਲਿਖਦੇ ਹੋਏ 16 ਚੈਪਟਰਸ ਦੇ ਛੋਟੇ ਸਬ ਚੈਪਟਰਸ ਬਣਾ ਦਿੱਤੇ ਨੇ, ਸਬ ਟੌਪਿਕਸ ਬਣਾ ਦਿੱਤੇ ਨੇ, ਜਿਹੜੇ ਕੋਲ 134 ਨੇ। ਇਹਦਾ ਮਕਸਦ ਹੈ ਵੇ ਕਿ ਪੜ੍ਹਨ ਵਾਲਾ ਫੌਰੀ ਤੌਰ ਤੇ
सिर्फ फरिश्त वेख के या सब टॉपिक्स वेख के ही अपने मुतलका उनवान तक रसाई हासिल कर सके। मिसाल के तौर पर 7वें बाब विच 4 जैली उनवान उन्होंने बनाए ने और ये जिहड़े 4 चैप्टर्स ने 4 सब टॉपिक्स ने यह उन्होंने जिंदगी का बड़ा अहम दौर गिणिया जाता है। हाशमिया की नज़रबंदी इसका पहला सब टॉपिक से 7वें बाब का। अबू तालिब का कूच यानी अबू तालिब रजी अल्लाह तआला अन्हु दी वफात, हजरत खदीजा की मौत, नबी पाक सल्लल्लाहु अलैहि वसल्लम की जिंदगी विच आमुल हुज़न गमां दा साल बड़ा अहम है। और चौथा पॉइंट गम का साल। इस तरह ही कोई भी वाकया कोई भी अहम वाकया बड़ी आसानी नाल फरिश्त विचों ही लभ्या जा सकता है। डूंगा तारीखी शऊर, उन्होंने जड़े भी रैफरेंस सीरत लिखते हुए दिते ने ਉਹਦੇ ਵਿੱਚ मुस्तनद किताबां अथेंटिक बुक्स विचों लाभ चुकिया है यानी फायदा चुकिया है ते हर वाक़े नूं तारीखी एतबार नाल दुरुस्त तौर ते रिसर्च करके लिखिया है और इस तरह के पूरी तारीख सामने आ जाती है। मिसाल के तौर पर मक्का शरीफ का जोग्राफिया बयान करते हुए उन्होंने मक्का शरीफ एक अथेंटिक तारीख है जिहड़ी अरबी तारीख का तर्जुमा है उन्होंने सामने रखिया है। हुण मक्के के हवाले नाल इकतबास किस तरह दिता है, तुसीं इकतबास बेशक ना लिखना, अगर लिखना चाहो तो कोई एक अद्धी लाइन लिख लेना, सारा याद करने की लोड़ नहीं। मक्का जिहदा नाम बक्का सी वो इसलिए कि जदों कोई बादशाह या हाकिम मक्का शरीफ की बेहुरमती करदा ते बर्बाद हो जाता सी। बक्का दे मायने गर्दन तोड़ देना है। समुद्रों कोई 40 को दूर, समंदरों कोई 40 को यानी 40 कोस 40 माइल्स दूर दुनिया के नक्शे उत्ते 21 अर्ज बल्द पहाड़ ते 40 तूल बल्द चढ़दे वाले पासे आबाद है। समंदर नालों 400 फुट उच्चा है। कुरान पाक विच इरशाद है ए लोकां वास्ते रब दा पहला बरकतां वाला घर है नाले हदायत देण वाला भी। यानी उन्हें जोग्राफिया लिखण लग्या एक तो कुरान मजीद की आयत का भी हवाला दे दिता और दूसरा तारीख मक्का नूं कंसल्ट किया है। रवां ते सलीस नसर, उन्होंने जो नसर लिखी है बड़ी आसानी नाल समझ आ जाने वाली और चूंकि लाहौर दे सी बिल्कुल लाहौर वाली सेंट्रल पंजाबी जिहड़ी असीं लिखण पढ़न वास्ते भी इस्तेमाल करने आ उहदे विच यह सीरत लिखी है। उन्हां दा स्टाइल असलूब सलीस और रवां लहजा अंदाज किस किस्म का सी मैं पढ़ देना जी, लिखना चाहो तो कोई 2-3 लाइनां विचों लिख भी लेना, मिसाल वास्ते नहीं लिखना चाहो तो कोई मसला नहीं, वैसे भी कम चल जाएगा। आप सल्लल्लाहु अलैहि वसल्लम बीमारां दी खबर लेंदे, छोटे छोटे जुमले ने, तुसीं भी याद रखो जो लिखो सेंटेंसेस बिल्कुल छोटे छोटे लिखो, एंड ते और लिख के जुमला 5 लाइनां दा एक जुमला नहीं बनाना। आप बीमारां दी खबर लेंदे, सराणे बह के तसल्ली देंदे, सलाम करन विच हमेश पहल करदे। आप लौलाक दे मालक सन। लौलाक हदीसे कुदसी है जी, लौलाक लमा खलकतल अफलाक, अगर मैं नबी पाक नूं पैदा ना करदा ते जमीनो आसमान ना बनांदा। आप लौलाक दे मालक सन पर घर बार इक्को ही रंग रहिंदा सी। घर दीयां लोड़ां आप पूरीआं करदे सन। पाटे कपड़े आप सिऊं लैंदे सन। टुੱਟੀ जुत्ती नूं आप टंग के ला लैंदे सन। डंगरां नूं पट्ठा दत्था पा लैंदे। लवेरियां आप चो लैंदे। हज़ारां घर दे सौदे आप लियाउंदे सन। घर विच बड़े प्यार नाल रहिंदे। अपणियां बीबियां दे काम काज करदे आप करदे। इन्हां दे रोटी कपड़े दा सारा भार आप सल्लल्लाहु अलैहि वसल्लम दे मोढियां दे सी। वेड़े साफ हुजरे सुथरे रखदे। घर दे भांडे मिट्टी ते तांबे दे। घर दी मंजी वाण दी ते बिस्तरा बोरीए दा सी जड़ा दोहरा करके विछा लैंदे सी। इस्तदलालियत तो मुराद किसी गल नूं दलील नाल आर्गूमेंट्स नाल गल करना। उन्होंने कई जगह ते ऐसे वाकयात दर्ज किए ने जिहदी दलील के तौर पर आर्गूमेंट वास्ते नाल कुरान मजीद की आयत भी कोट की है। उन्हां विचों अहम जिथे वाकया महराज लिखिया है वह सूरह बनी इसराइल कुरान मजीद का 15वां पारा जिथों शुरू होंदा है, सुबहान अल्लाज़ी असरा बि अब्दिही लैलन मिनल मस्जिदिल हरामी इलल मस्जिदिल अक्सल लज़ी बारकना। यह आयत जिहड़ी महराज शरीफ नूं वाक़े नूं मोजज़े नूं सपोर्ट करदी है उत्थों स्टार्ट करके अपनी गल नूं अथेंटिक बनाया है। वरफाना लका जिक्रक सूरह फील पूरी विच दे दित्ती है। सो इस तरह उन्होंने कुरान मजीद के हवाले दे के दलील नाल गल कीती है। मंजर निगारी होंदा है जी नसर विच ऐसी लफ्जी बाजीगरी करना, ऐसी लफ्जी कारीगरी करना
कि लफ्ज़ां नूं पढ़ के अखां दे सामने मंजर चल जाए, इंज लगे साडे सामने रील या फिल्म चल रही है, शक्ल सामने मुजस्सम हो जाए, मतलब सिचुएशन सामने नज़र आना शुरू हो जाए, इनू मंजर निगारी करना कहते हैं। ए जरा वेखो, मैं वाकया पढ़ागा, मंजर नूं अखां सामने मुजस्सम करने की कोशिश करो। सुहाबियां दे गिट्टियां नाल रस्सियां बन के बाजारां विच घसीटदे फिरदे ते इन्ना मारदे कि वो बेहोश हो जाते। हज़रत बिलाल ते अम्मार नूं तत्ती रेत उत्ते लम्मियां पा के हिक ते सड़दे बलदे पत्थर रख दिंदे। एक दिन हज़रत खुबाब नूं नंगी कंडे भखदे कोलियां दे लम्मियां पा के एक काफर छाती ते हो खलोता। खुबाब तड़फदे रहे ते कोले ठंडे हो गए। उन्हां दी कंड इस साड़ दे दागा नाल फुलबैरी वांगू चिट्टी हो गई। अबू जहल ने, ए 3-4 वाकयात ने जी, छोटे छोटे, तुसी कोई एक विचों लिख लेना। अबू जहल ने अपनी गोली कनीज बांदी नुकरानी नूं इन्ना जुनैरा नूं इन्ना मारिया कि उहदी एक अख निकल गई। मुसलमानां दे मक्के दी जमीन तंग हो गई। काफरा इन्हां दा डाडा मंदा हाल कीता। सरापा निगारी, सिर तो लैके पैर तक किसी करैक्टर की तारीफ करना। यह आम तौर पर दास्ताना विच हुंदा है जी। शायर अपने जिहड़े करैक्टर्स ने, खास तौर पर हीरो ते हीरोइन, उन्होंने इस तरीके नाल मुजस्सम करके पेश करता है कि पढ़न वाले सामने पूरा जिंदा करैक्टर उहदी शक्ल आ जाए। और ये की होंदा है, सिर तो लैके पैर तक हर एक जिस्मानी अंग की आज़ाद तारीफ की जाती है। लेकिन हुण इत्थे मामला उल्टे, सरापा निगारी में चूंकि सामने जात नबी पाक सल्लल्लाहु अलैहि वसल्लम दी है, लिहाजा अपने कोलों कोई गल करन दी गुंजाइश मौजूद नहीं। सो जो कुछ कुरान तो, हदीस तो, तफसीर तो या सीरत दीयां किताबां तो कन्फर्म है, सिर्फ ओहो ही उन्हें इत्थे लिखिया है। वेखो नबी पाक सल्लल्लाहु अलैहि वसल्लम दा सरापा किस तरह बयान कीता, इहदे विचों भी कोई 2-3 लाइनां तुसी पहलियां ले लेना। आप दा कद दरमियाना सी, मत्था चंद वांगू चमकदा सी, भवां जुड़ियां हुईयां सन, अखां विचों ਉਹ रोशनी निकलदी सी ਜਿਹੜੀ बादशाहां नूं निवा दिंदी। नक दी बीणी यानी नक दा जिहड़ा हिस्सा है अलफ वांगू यानी बिल्कुल तिखा सी, तिखा नक, दंद मोतियां दे दाने, लब गुलाब वांगू पतले, होंठ गुलाब दी तरह पतले, गर्दन लंबी, दाढ़ी संघनी, सिर दे वाल लम्मे, सीना साफ ते खुला डुला सी। दोवां मोढियां दे विचकार मौरां दे उभार सी। ਇਹ ਜਿਹੜੇ मसल्स ने गर्दन दे पिछे, इन्हां नूं मौर कहंदे ने। दोनां कंधियां दे दरमियान मौरां दे उभार सी, जिहदे उत्ते लूं सन यानी बाल थे। ਉਹ नबूवत दी मोर सी। तलियां भारियां ते टोर बांकी, तलियां यानी पैर दे तलवे, चाल तिखी, भार अगां नूं किवें हुंदा है, अगर बंदा बिल्कुल इंज जमीन ते नज़रां झुका के चले। ਜਿਹੜਾ कदम जमीन ते पैंदा जम जांदा सी। पसीने विच अंबर ते मुश्क दी खुशबू रची हुई सी। चेहरा वेख के चौधवीं दा चंद शर्मा जांदा सी। काली कमली दी बुकल विचों गोरा रंग फुट फुट पैंदा ते डुल डुल पैंदा सी। तखयल ते शायराना रंग तो गुरेज, है गल पिछे भी हो गई जी। इहो ही है कि नबी पाक सल्लल्लाहु अलैहि वसल्लम दी जात सी, लिहाजा उन्हें ना तो अपनी इमेजिनेशन नाल और ना ही शायराना टेक्नीक्स इस्तेमाल करके कोई गल कर सकता सी। वैसे आम करैक्टर होए तो शायर ऐसी तारीफ करते हैं, ऐसा करैक्टर बना देंगे ने जिहड़ा रूए अर्ज उत्ते हुंदा ही नहीं। हीर रांझा किस्से विच हीर दी जिसले उन्हें सरापा निगारी बयान की है तो जिंज दी खातून उन्हें बना दी है, वैसी खातून पंजाब च तो नहीं कम अज कम, बल्कि दुनिया च नहीं हो सकती। सो यह शायराना कमाल होंदा, खूबियां होंदियां ने। इत्थे चूंकि नबी पाक सल्लल्लाहु अलैहि वसल्लम दी जात सी, लिहाजा मुबालगा राई एग्जैजरेशन तो मुकम्मल तौर पर उन्हें परहेज किया है। मुहावरे ते अखाना की वरतों उन्होंने, चूंकि भावें किस्सा अरब का सी, नबी पाक सल्लल्लाहु अलैहि वसल्लम का अरब की धरती नाल ताल्लुक सी, लेकिन किस्सा चूंकि पंजाबी विच लिखिया, इस वास्ते सारे मुहावरे यानी ईडियम्स, प्रोवर्ब्स, कहावतां, अखान, यह सारे पंजाबी दिते ने। मिसाल के तौर पर अखां विच थां देना हुंदा है, किसी नूं बहुत ज्यादा इज्जत देना, आंखों में बिठाना या आंखों में जगह देना। घड़ी दी मच्छी, घड़ा पिक्चर वड्डा हुंदा जरा, घड़ी छोटी जी, यानी दरिया विचों अगर मच्छी फड़नी है तो मुश्किल काम है। छोटे जे घड़े विचों इंज हाथ फड़ के बंदा आसानी नाल मच्छी कैच कर सकता है। मकसद की है, ऐसी चीज़ जिहड़ी आसानी नाल दस्तरस विच आ जाए। भुजे मोठ उग पैना, मोठ दाल की तरह होंदे ने। बीज दाल आम तौर पर
पक्के हुए नहीं उगते। और अगर भुने हुए मोठ या बीज उग पैण तो ਇਹਦਾ मतलब है किसी का बिगड़िया हुआ काम विगड़िया होया काम बन जाना। कीड़ियां तो हाथी मरवाना, मामूलियां तो बाज को आना। यह सूरा फील का जिथे उन्हें वाਕਿਆ लिखिया उत्थे आ दोनों कि छोटियां छोटियां ताकतां तो अल्लाह चाहे तो बहुत वड्डे ताकत का खात्मा कर सकता है। सबर का फल मिठा और कौल करार वगैरह तोड़ना। बस जी यो ही अंदाजे बयान और मुकदी गल। छोटा जिहा टॉपिक, कोई मुश्किल नहीं। एंड विच एडिशनल मटीरियल सारा दिता हुआ, एक बारी ये विचों वाकियात पढ़ लेना। यह मैं कह रहा सी जड़ा है जिस तरह पहला टॉपिक पहले बाब का सब तो पहला सब टॉपिक अरब हैडिंग उन्हें दी है। दूसरे नंबर ते मक्का शरीफ सब हैडिंग है। तीजे नंबर ते नबियां का खानदान सब हैडिंग है। चौथे नंबर ते जमजम का चश्मा। पहले चैप्टर में सिर्फ 4 सब हैडिंग्स ने। इस तरह तुम ये सारे 16 बाब पढ़ोगे तो 134 सब हैडिंग्स इस तरह मैं लिखिया हुई ने। सो तुहानू सीरत के सारे वाकियात का पता लग जाएगा और सवाब भी मिलेगा। सो जरूर एक बारी पढ़ लेना, तो अंदाज़ा हो जाएगा कि पंजाबी विच सीरत कैसी, किस तरह, किस अकीदत नाल, या पंजाबी जिन्हों कहते हैं वलगर जबान है। अल्लाह ताला माफ़ करे, कोई जबान वलगर नहीं होंगी। मीनिंग्स लफ्ज़ों को असीं सब खुद देते हुए ने। सो ऐसा कोई गल नहीं। अगर वलगर होंदी तो नाउज़ुबिल्ला नबी पाक सल्लल्लाहु अलैहि वसल्लम की सीरत ये ना लिखी जा सकती। बस जी मुक्ति गल और अल्लाह हाफिज।